ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸੋ ਗੁਰੂ ਤੋਂ ਬਿਨਾਂ ਘੋਰ ਹਨੇਰਾ ਹੈਗਾ। ਇਸ ਕਰਕੇ ਜਗਿਆਸੂ ਨੂੰ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਬੜੀ ਲੋੜ ਆ। ਪਰ ਜਦੋਂ ਇਨਸਾਨ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਆਪਣੀਆਂ ਕੋਸ਼ਿਸ਼ਾਂ ਦੁਆਰਾ ਸੱਚ ਨੂੰ ਲੱਭਣ ਦਾ ਯਤਨ ਕਰੇ ਤਾਂ ਫਿਰ ਉਸ ਨੂੰ ਕੰਡਿਆਂ ਤੋਂ ਸਿਵਾਏ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਅਖੀਰ ਫਿਰ ਜਿਵੇਂ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਆ, ਇਸੇ ਤਰ੍ਹਾਂ ਦਾ ਇੱਕ ਜੀਵਨ ਵਰਤਾਂਤ ਪਰਮਹੰਸ ਜੋਗਾਨੰਦ ਜੀ ਦੇ ਆਪਣੇ ਜੀਵਨ ਦਾ ਹੈ ਕਿ ਕਿਵੇਂ ਉਹ ਆਪਣੇ ਗੁਰਦੇਵ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਦੀਆਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਕਿਵੇਂ ਹਿਮਾਲਿਆ ਵੱਲ ਨੂੰ ਚਲੇ ਗਏ ਸੀ। ਪਰ ਅਖੀਰ ਜਦ ਹਿਮਾਲਿਆ ਤੋਂ ਨਿਰਾਸ਼ ਹੋ ਕੇ ਰਸਤੇ ਦੇ ਵਿੱਚੋਂ ਵਾਪਸ ਮੁੜੇ ਸੀਗੇ, ਫਿਰ ਪਰਮਹੰਸ ਜੋਗਾਨੰਦ ਜੀ ਨੇ ਆਪਣੇ ਜੀਵਨ ਦੀ ਪਹਿਲੀ ਸਮਾਧੀ ਜਿਹੜੀ ਆ ਉਹ ਪੂਰੇ ਸੰਸਾਰ ਦੇ ਜਗ ਦੇ ਨਾਲ ਸਾਂਝੀ ਕੀਤੀ ਸੀ। ਸੋ ਉਹਦੇ ਵਿੱਚ ਪਰਮਹੰਸ ਜੋਗਾਨੰਦ ਜੀ ਦੱਸਦੇ ਸੀਗੇ ਕਿ ਜਦੋਂ ਮੈਂ ਹਿਮਾਲਿਆ ਤੋਂ ਵਾਪਸ ਅਧੂਰਾ ਬੜੀ ਹੀ ਸ਼ਰਮਿੰਦਗੀ ਦੇ ਨਾਲ ਆਪਣੇ ਗੁਰੂ ਜਗਤੇਸ਼ਵਰ ਜੀ ਦੇ ਪਾਸ ਕਲਕੱਤੇ ਪਹੁੰਚਿਆ ਸੀਗਾ, ਅਤੇ ਕਹਿੰਦੇ ਮੇਰੇ ਮਨ ਦੇ ਵਿੱਚ ਕਈ ਐਸੇ ਵਿਚਾਰ ਸੀਗੇ ਕਿ ਮੇਰੇ ਗੁਰਦੇਵ ਜਿਹੜੇ ਆ ਉਹ ਬਹੁਤ ਜ਼ਿਆਦਾ ਨਾਰਾਜ਼ ਹੋਣਗੇ। ਪਰ ਕਹਿੰਦੇ ਜਦੋਂ ਮੈਂ ਗੁਰਦੇਵ ਜੀ ਦੇ ਸਾਹਮਣੇ ਗਿਆ ਅਤੇ ਮੈਂ ਜਾਂਦਿਆਂ ਹੀ ਗੁਰਦੇਵ ਜੀ ਨੂੰ ਇਹ ਆਖਿਆ ਕਿ ਇਹ ਗੁਰਦੇਵ ਮੈਂ ਵਾਪਸ ਆ ਗਿਆ ਹੈਗਾ। ਅਤੇ ਮੇਰੇ ਮਨ ਦੇ ਵਿੱਚ ਸੀਗੀ ਗੁਰਦੇਵ ਬੜੇ ਨਾਰਾਜ਼ ਹੋਣਗੇ। ਪਰ ਕਹਿੰਦੇ ਵੀ ਗੁਰਦੇਵ ਜੀ ਨੇ ਮੇਰੇ ਇਸ ਸਵਾਲ ਦਾ ਜਵਾਬ ਜਿਹੜਾ ਬੜੀ ਹਲੀਮੀ ਨਾਲ ਦਿੱਤਾ, ਅਤੇ ਮੈਨੂੰ ਕਹਿੰਦੇ ਇਸ ਤਰ੍ਹਾਂ ਜਿਹੜਾ ਸੀਗਾ ਉਹ ਕਹਿਣ ਲੱਗੇ ਕਿ ਚੱਲ ਆਓ ਆਪਾਂ ਪਹਿਲਾਂ ਰਸੋਈ ਜਾ ਕੇ ਕੁਛ ਖਾਈਏ ਪੀਏ। ਕਹਿੰਦੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਮੈਂ ਕੁਛ ਘੰਟਿਆਂ ਪਹਿਲਾਂ ਹੀ ਆਪਣੇ ਗੁਰਦੇਵ ਤੋਂ ਜੁਦਾ ਹੋਇਆ ਹੋਵਾਂ। ਪਰ ਕਹਿੰਦੇ ਮੇਰੀ ਹੈਰਾਨੀ ਦੀ ਗੱਲ ਉਦੋਂ ਨਾ ਰਹੀ ਜਦੋਂ ਗੁਰਦੇਵ ਜੀ ਨੇ ਮੇਰੀ ਵੱਲੋਂ ਕੀਤੀ ਹੋਈ ਜਿਹੜੀ ਆ ਇਸ ਭੱਜਣ ਦੀ ਕਿਰਿਆ ਦਾ ਰਤਾ ਭਰ ਵੀ ਵਿਰੋਧ ਨਹੀਂ ਕੀਤਾ, ਸਗੋਂ ਬੜੇ ਉਤਸ਼ਾਹ ਦੇ ਨਾਲ ਆਖਿਆ ਕਿ ਮੇਰੀ ਜਿਹੜੀ ਸੱਚੀ ਖੁਸ਼ੀ ਹੈ ਨਾ ਤੇਰੀ ਸੱਚੀ ਉੱਨਤੀ ਦੇ ਵਿੱਚ ਹੈਗੀ ਆ। ਉਸ ਤੋਂ ਬਾਅਦ ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਆਇਆ ਕਿ ਅਗਰ ਕੋਈ ਬੱਚਾ ਆਪਣੇ ਮਾਤਾ ਪਿਤਾ ਨੂੰ ਦੱਸੇ ਬਗੈਰ ਭੱਜ ਜਾਵੇ, ਅਗਰ ਵਾਪਸ ਆ ਗਿਆ ਤਾਂ ਉਹਦੇ ਮਾਤਾ ਪਿਤਾ ਜਿਹੜੇ ਹਨ ਕਾਫੀ ਦੇਰ ਤੱਕ ਨਾਰਾਜ਼ ਰਹਿੰਦੇ ਆ। ਪਰ ਮੇਰੇ ਗੁਰਦੇਵ ਦੇ ਮਨ ਦੇ ਵਿੱਚ ਭੋਰਾ ਭਰ ਵੀ ਨਾਰਾਜ਼ਗੀ ਨਹੀਂ ਸੀਗੀ। ਕਹਿੰਦੇ ਇਹ ਅਹਿਸਾਸ ਜਿਹੜਾ ਸੀ ਮੈਨੂੰ ਹੋਇਆ, ਫਿਰ ਮੈਨੂੰ ਪਤਾ ਲੱਗਾ ਅਸਲ ਦੇ ਵਿੱਚ ਕਿ ਜੀਵਨ ਦੇ ਵਿੱਚ ਗੁਰੂ ਦੀ ਮਹਿਮਾ ਹੈ ਕੀ ਆ। ਫਿਰ ਕਹਿੰਦੇ ਜਿਹੜੇ ਗੁਰਦੇਵ ਦੇ ਅੱਗੇ ਖਾਲੀ ਬੈਠਕ ਸੀ ਅਤੇ ਉਹਦੇ ਵਿੱਚ ਮੇਰਾ ਚਿੱਤ ਕਰੇ ਕਿ ਮੈਂ ਕੁਛ ਟਾਈਮ ਸਮਾਧੀ 'ਚ ਬੈਠਾ। ਜਦੋਂ ਪਰਮਹੰਸ ਜੋਗਾਨੰਦ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਫੁਰਨਾ ਜਾਗਿਆ ਅਤੇ ਮੈਂ ਕਹਿੰਦੇ ਵੀ ਉਹਨਾਂ ਦੀ ਖਾਲੀ ਬੈਠ ਕੇ ਵਿੱਚ ਜਦੋਂ ਚੌਂਕੜਾ ਮਾਰ ਕੇ ਬੈਠਣ ਲੱਗਾ ਅਤੇ ਮੇਰਾ ਜਿਹੜਾ ਮਨ ਦੇ ਬਲਬਲੇ ਸੀਗੇ, ਮੇਰੇ ਮਨ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਬੇਸ਼ੁਮਾਰ ਅਥਾਹ ਫੁਰਨੇ ਦੀਆਂ ਲਹਿਰਾਂ ਸੀਗੀਆਂ ਕਿ ਮੈਨੂੰ ਬੈਠਣ ਦੇ ਵਿੱਚ ਮੇਰਾ ਸਾਥ ਨਾ ਦੇਣ। ਮੈਂ ਕਹਿੰਦੇ ਯਤਨ ਕਰਾਂ ਮਨ ਦੇ ਵਿੱਚ, ਫਿਰ ਕਹਿੰਦੇ ਉਸੇ ਤਰ੍ਹਾਂ ਦੇ ਖਿਆਲਾਂ ਦੇ ਤੂਫਾਨ ਤੁਰੇ ਫਿਰਨ। ਅਤੇ ਕਹਿੰਦੇ ਜਦੋਂ ਇਸ ਤਰ੍ਹਾਂ ਦੇ ਖਿਆਲਾਂ ਦੇ ਤੂਫਾਨ ਤੁਰੇ ਫਿਰਦੇ ਸੀ ਅਤੇ ਮੈਂ ਨਕਲੀ ਕੋਸ਼ਿਸ਼ ਕਰਕੇ ਅੱਖਾਂ ਮੂੰਦ ਕੇ ਉਸੇ ਤਰ੍ਹਾਂ ਬੈਠਾ ਰਹਿਣ ਦਾ ਯਤਨ ਕੀਤਾ। ਫਿਰ ਉਸ ਟਾਈਮ ਕਹਿੰਦੇ ਮੇਰੇ ਗੁਰਦੇਵ ਨੇ ਮੈਨੂੰ ਆਵਾਜ਼ ਮਾਰੀ, ਮੈਨੂੰ ਕਹਿਣ ਲੱਗੇ ਜੋਗਾਨੰਦ ਇੱਧਰ ਆ ਮੇਰੇ ਪਾਸ। ਕਹਿੰਦੇ ਪਹਿਲੀ ਗੱਲ ਦਾ ਮੈਂ ਜਵਾਬ ਨਹੀਂ ਦਿੱਤਾ ਕਿਉਂਕਿ ਮੇਰੇ ਮਨ ਦੇ ਵਿੱਚ ਸੀਗਾ ਕਿ ਮੈਂ ਗੁਰਦੇਵ ਜੀ ਦੇ ਪਾਸ ਸਮਾਧੀ ਲਾਉਣ ਵਾਸਤੇ ਆਇਆ ਹੈਗਾ, ਅਤੇ ਇਸ ਕਰਕੇ ਮੇਰੇ ਗੁਰਦੇਵ ਮੈਨੂੰ ਡਿਸਟਰਬ ਨਾ ਕਰਨ। ਪਰ ਦੂਸਰੀ ਵਾਰੀ ਫਿਰ ਕਹਿੰਦੇ ਮੇਰੇ ਗੁਰਦੇਵ ਨੇ ਮੈਨੂੰ ਫਿਰ ਆਵਾਜ਼ ਮਾਰੀ। ਜਦ ਆਵਾਜ਼ ਮਾਰੀ ਫਿਰ ਕਹਿੰਦੇ ਮੈਂ ਜਿਹੜਾ ਸੀਗਾ ਥੋੜ੍ਹਾ ਜਿਹਾ ਮਨ ਦੇ ਵਿੱਚ ਖਿਝਪੁਣਾ ਜਿਹਾ ਮਹਿਸੂਸ ਕੀਤਾ ਕਿ ਮੈਂ ਸਮਾਧੀ ਲਾਉਣ ਦਾ ਯਤਨ ਕਰ ਰਿਹਾ, ਇੱਧਰੋਂ ਮੇਰੇ ਗੁਰਦੇਵ ਜਿਹੜੇ ਮੈਨੂੰ ਆਵਾਜ਼ ਮਾਰ ਰਹੇ ਆ। ਅਤੇ ਫਿਰ ਕਹਿੰਦੇ ਵੀ ਮੈਂ ਜਦੋਂ ਗੁਰਦੇਵ ਨੇ ਦੂਸਰੀ ਆਵਾਜ਼ ਮਾਰੀ ਸੀ ਤਾਂ ਕਹਿੰਦੇ ਫਿਰ ਮੈਂ ਗੁਰਦੇਵ ਜੀ ਨੂੰ ਇਹ ਆਖਿਆ ਕਿ ਗੁਰਦੇਵ ਮੈਂ ਸਮਾਧੀ ਦੇ ਵਿੱਚ ਬੈਠਾ ਹੈਗਾ, ਇਸ ਕਰਕੇ ਤੁਸੀਂ ਮੈਨੂੰ ਡਿਸਟਰਬ ਨਾ ਕਰੋ। ਕਹਿੰਦੇ ਜਦੋਂ ਮੈਂ ਇਹ ਗੱਲ ਕਹੀ ਤਾਂ ਕਹਿੰਦੇ ਮੇਰੇ ਜਿਹੜੇ ਸਵਾਮੀ ਗੁਰਦੇਸ਼ਵਰ ਸੀਗੇ ਕਹਿੰਦੇ ਮੈਨੂੰ ਕਹਿਣ ਲੱਗੇ ਕਿ ਮੈਂ ਜਾਣਦਾ ਤੂੰ ਕਿਸ ਤਰ੍ਹਾਂ ਦੀ ਸਮਾਧੀ 'ਚ ਬੈਠਾ ਹੈਗਾ, ਤੇਰੀ ਸਮਾਧੀ ਤਾਂ ਇਸ ਤਰ੍ਹਾਂ ਹੈਗੀ ਜਿਵੇਂ ਹਨੇਰੀ ਦੇ ਵਿੱਚ ਉੱਡ ਰਹੇ ਪੱਤੇ ਆ। ਕਹਿੰਦੇ ਜਦੋਂ ਉਹਨਾਂ ਨੇ ਮੇਰੀ ਅੰਦਰਲੀ ਹਾਲਤ ਬੁੱਝ ਲਈ ਤਾਂ ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਵੀ ਮੈਂ ਅੰਦਰੋਂ ਅੰਦਰੀ ਸ਼ਰਮਿੰਦਾ ਹੋਇਆ ਉੱਠ ਕੇ ਗੁਰਦੇਵ ਜੀ ਦੇ ਪਾਸ ਚਲੇ ਗਿਆ। ਜਦੋਂ ਕਹਿੰਦੇ ਮੈਂ ਆਪਣੇ ਗੁਰਦੇਵ ਜੀ ਦੇ ਪਾਸ ਗਿਆ ਅਤੇ ਕਹਿੰਦੇ ਫਿਰ ਮੇਰੇ ਗੁਰਦੇਵ ਮੈਨੂੰ ਕਹਿਣ ਲੱਗੇ, ਕਹਿੰਦੇ ਦੇਖ ਪਰਮਹੰਸ ਜੋਗਾਨੰਦ ਜੀ ਕਿ ਮੈਂ ਤੈਨੂੰ ਇੱਥੇ ਹਿਮਾਲਿਆ ਦੇ ਪਹਾੜ ਤਾਂ ਨਹੀਂ ਦੇ ਸਕਦਾ ਹੈਗਾ, ਪਰ ਹਾਂ ਇੱਕ ਚੀਜ਼ ਜ਼ਰੂਰ ਹੈ ਵੀ ਮੈਂ ਤੇਰੇ ਮਨ ਦੀ ਜਿਹੜੀ ਤਮੰਨਾ ਮੁਰਾਦ ਉਹ ਜ਼ਰੂਰ ਪੂਰੀ ਕਰੂੰਗਾ। ਜਦੋਂ ਕਹਿੰਦੇ ਮੇਰੇ ਗੁਰਦੇਵ ਨੇ ਮੈਨੂੰ ਇਹ ਗੱਲ ਆਖੀ ਤਾਂ ਪਰਮਹੰਸ ਜੋਗਾਨੰਦ ਜੀ ਕਹਿੰਦੇ ਮੇਰੇ ਮਨ ਨੂੰ ਬੜੀ ਰਾਹਤ ਮਿਲੀ, ਬੜਾ ਧਰਵਾਸ ਮਿਲਿਆ। ਫਿਰ ਕਹਿੰਦੇ ਮੇਰੇ ਗੁਰਦੇਵ ਨੇ ਇਸੇ ਹੀ ਹਾਲਤ ਦੇ ਵਿੱਚ ਖੜ੍ਹੇ ਕਹਿੰਦੇ ਮੇਰੀ ਜਿਹੜੀ ਛਾਤੀ ਸੀ ਨਾ, ਛਾਤੀ ਦੀ ਜਿਹੜੀ ਦਿਲ ਦੀ ਧੜਕਣ ਚੱਲਦੀ ਆ,
ਇਸ ਦਿਲ ਦੇ ਉੱਤੇ ਆਪਣੀ ਕਹਿੰਦੇ ਹੱਥ ਦੇ ਨਾਲ ਪੋਲਾ ਜਾਂ ਕਹਿੰਦੇ ਥਾਪਨਾ ਜੀ ਦਿੱਤੀ। ਜਦੋਂ ਕਹਿੰਦੇ ਮੇਰੇ ਦਿਲ ਦੇ ਉੱਪਰ ਮੇਰੇ ਗੁਰਦੇਵ ਜੁਗਤੇਸ਼ਵਰ ਜੀ ਨੇ ਪੋਲਾ ਜਾਂ ਕਹਿੰਦੇ ਇਸ ਤਰ੍ਹਾਂ ਦਾ ਹਲਕੀ ਜਿਹੀ ਥਪਥਪਾਈ ਕੀਤੀ, ਬਸ ਇਹ ਥਪਥਪਾਈ ਦੀ ਸ਼ੋਅ ਦੇ ਨਾਲ ਹੀ ਪਰਮਹੰਸ ਜੋਗਾਨੰਦ ਜੀ ਕਹਿੰਦੇ ਮੇਰਾ ਜਿਹੜਾ ਸਰੀਰ ਸੀਗਾ ਨਾ ਉਹ ਬਿਲਕੁਲ ਜੜ ਹੋ ਗਿਆ। ਜਦ ਕਹਿੰਦੇ ਮੇਰਾ ਸਰੀਰ ਜੜ ਹੋ ਗਿਆ, ਸਰੀਰ ਦੇ ਵਿੱਚ ਹਰਕਤ ਨਹੀਂ, ਤੇ ਕਹਿੰਦੇ ਵੀ ਮੈਂ ਕੀ ਮਹਿਸੂਸ ਕੀਤਾ ਕਿ ਅਚਨਚੇਤ ਜਿਵੇਂ ਕਿਸੇ ਚੁੰਬਕ ਦੀ ਸ਼ਕਤੀ ਨੇ ਮੇਰੇ ਸਰੀਰ ਦੇ ਅੰਦਰ ਜਿਹੜੇ ਫੇਫੜਿਆਂ ਦੀ ਹਵਾ ਸੀ ਉਹਨੂੰ ਯਕਦਮ ਬਾਹਰ ਖਿੱਚ ਲਿਆ ਹੈਗਾ। ਜਦੋਂ ਕਹਿੰਦੇ ਮੇਰੇ ਫੇਫੜਿਆਂ ਦੀ ਹਵਾ ਬਾਹਰ ਖਿੱਚੀ ਗਈ, ਮੈਂ ਬਿਲਕੁਲ ਹਲਕਾ ਹੋ ਗਿਆ। ਇਸ ਹਲਕੇ ਦੇ ਵਿੱਚ ਕਹਿੰਦੇ ਵੀ ਮੇਰੇ ਰੋਮ ਦੇ ਵਿੱਚੋਂ ਇੱਕ ਬਿਜਲੀ ਦੀ ਤਰੰਗ ਪੈਦਾ ਹੋ ਗਈ ਅਤੇ ਇੱਕ ਐਸੀ ਲਹਿਰ ਉੱਠੀ ਪ੍ਰਕਾਸ਼ ਦੀ ਕਿ ਇਹ ਲਹਿਰ ਨੇ ਜਿਹੜੇ ਮੇਰੇ ਸਰੀਰ ਦੇ ਅੰਦਰ ਆਨੰਦ ਦੀਆਂ ਝਰਨਾਟਾਂ ਛੇੜ ਦਿੱਤੀਆਂ। ਜਦੋਂ ਕਹਿੰਦੇ ਆਨੰਦ ਦੀਆਂ ਝਰਨਾਟਾਂ ਛੜੀਆਂ, ਬਸ ਇਸੇ ਆਨੰਦ ਦੇ ਵਿੱਚ ਕਹਿੰਦੇ ਵੀ ਮੈਂ ਕੀ ਦੇਖਿਆ ਹੈਗਾ ਕਿ ਮੇਰਾ ਜਿਹੜਾ ਸਰੀਰ ਹੈਗਾ ਜਿਹਦੀ ਮੈਨੂੰ ਜਾਣਕਾਰੀ ਸੀ, ਕਹਿੰਦੇ ਉਹਦੀ ਤਾਂ ਮਾੜੀ ਮੋਟੀ ਮੈਨੂੰ ਸੁੱਧ ਸੀਗੀ, ਲੇਕਿਨ ਮੇਰੀ ਚੇਤਨ ਸੱਤਾ ਦੇ ਵਿੱਚ ਜਦੋਂ ਹੀ ਕਹਿੰਦੇ ਮੇਰੀ ਜਿਹੜੀ ਸੁਰਤ ਸੀਗੀ, ਮੇਰੀ ਚੇਤਨ ਸੱਤਾ ਦੇ ਅੰਦਰ ਸਰੀਰ ਦੇ ਵਿੱਚੋਂ ਬਾਹਰ ਨਿਕਲੀ, ਮੈਂ ਕੀ ਦੇਖਿਆ ਕਿ ਜਿੱਥੇ ਤੱਕ ਮੇਰੀ ਜਿਹੜੀ ਹੈ ਨਾ ਦ੍ਰਿਸ਼ਟੀ ਜਾਂਦੀ ਸੀ ਅੰਤਰ ਆਤਮਿਕ ਦ੍ਰਿਸ਼ਟੀ ਗਿਆਨ ਦੀ, ਮੈਂ ਕੀ ਦੇਖਿਆ ਕਿ ਸਾਰੇ ਪਾਸੇ ਸੜਕਾਂ 'ਤੇ ਜਿਹੜੇ ਲੋਕੀ ਆ ਘੁੰਮ ਰਹੇ ਆ। ਜਦੋਂ ਕਹਿੰਦੇ ਸੜਕਾਂ 'ਤੇ ਲੋਕੀ ਘੁੰਮ ਰਹੇ ਆ, ਮੈਂ ਹੈਰਾਨ ਹੋ ਗਿਆ ਅਤੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਸਭ ਕੁਛ ਮੈਂ ਇਸ ਤਰ੍ਹਾਂ ਦੇਖ ਰਿਹਾ ਜਿਵੇਂ ਭੌਤਿਕ ਅੱਖਾਂ ਦੇ ਨਾਲ ਦੇਖ ਰਿਹਾ ਹੋਵਾਂ। ਅਤੇ ਇਹ ਜਿਹੜੇ ਘੁੰਮ ਰਹੇ ਲੋਕੀ ਹੈਗੇ ਸੜਕਾਂ ਦੇ ਦੁਆਲੇ, ਅਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਮੇਰੀ ਇਹ ਜਿਹੜੀ ਪ੍ਰਕਾਸ਼ ਦੀ ਦ੍ਰਿਸ਼ਟੀ ਆ ਇਹਦੇ ਘੇਰੇ ਦੇ ਅੰਦਰ ਘੁੰਮ ਰਹੇ ਆ। ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜੀ ਇਹ ਦ੍ਰਿਸ਼ਟੀ ਸੀ ਹੋਰ ਵੀ ਜਿਹੜੀ ਆ ਉਹ ਸੂਖਮ ਹੋਈ ਆ, ਅਤੇ ਇਸ ਸੂਖਮਤਾ ਦੇ ਅੰਦਰ ਕਹਿੰਦੇ ਹਲਕੀ ਜਿਹੀ ਪ੍ਰਕਾਸ਼ ਦੀ ਕਿਰਨ ਦੇ ਦੁਆਰਾ ਕਹਿੰਦੇ ਵੀ ਮੈਂ ਕੀ ਦੇਖਿਆ ਕਿ ਇਹ ਜਿਹੜਾ ਪ੍ਰਕਾਸ਼ ਸੀਗਾ ਜਦ ਹੋਰ ਵੀ ਥੋੜ੍ਹਾ ਗਹਿਰਾ ਹੋਇਆ, ਅਤੇ ਇਹ ਜਿਹੜੇ ਦਰੱਖਤ ਆਲੇ ਦੁਆਲੇ ਸਾਹਮਣੇ ਮੂਹਰੇ ਖੜ੍ਹੇ ਸੀਗੇ ਇਹ ਤਾਂ ਮੈਨੂੰ ਨਜ਼ਰ ਆਏ, ਪਰ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਸੀਗੀਆਂ ਉਹ ਵੀ ਮੈਨੂੰ ਨਜ਼ਰ ਆਉਣ ਲੱਗ ਪਈਆਂ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਆਲੇ ਦੁਆਲੇ ਜਿਹੜੀ ਚਾਰ ਚੁਫੇਰਾ ਹੈਗਾ ਉਹ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੋਵੇ। ਮੈਨੂੰ ਹਰੇਕ ਚੀਜ਼ ਜਿਹੜੀ ਆ ਉਹ ਦਿਖਾਈ ਦੇਣ ਲੱਗ ਪਈ। ਇੱਥੋਂ ਤੱਕ ਕਹਿੰਦੇ ਵੀ ਜਿਹੜੀਆਂ ਜ਼ਮੀਨ ਦੇ ਵਿੱਚ ਦਰੱਖਤਾਂ ਦੀਆਂ ਜੜ੍ਹਾਂ ਹੈਗੀਆਂ ਉਹ ਵੀ ਦਿਖਾਈ ਦੇਣ ਲੱਗ ਪਈਆਂ। ਧਰਤੀ ਦੇ ਵਿੱਚ ਮੇਰੀ ਜਿਹੜੀ ਨਜ਼ਰ ਸੀਗੀ ਉਹ ਵੀ ਪਾਰਦਰਸ਼ੀ ਹੋ ਗਈ। ਉਹ ਇਸ ਕਹਿੰਦੇ ਪਾਰਦਰਸ਼ੀ ਨਜ਼ਰ ਦੇ ਵਿੱਚ ਕਹਿੰਦੇ ਮੈਂ ਕੀ ਮਹਿਸੂਸ ਕੀਤਾ ਕਿ ਇਹ ਜਿਹੜੀ ਪਾਰਦਰਸ਼ੀ ਦ੍ਰਿਸ਼ਟੀ ਸੀਗੀ ਜਦੋਂ ਹੋਰ ਵੀ ਗਹਿਰੀ ਸੂਖਮ ਹੋਈ ਤਾਂ ਇਹਨਾਂ ਦਰੱਖਤਾਂ ਦੀਆਂ ਜੜ੍ਹਾਂ ਦੇ ਅੰਦਰ ਚੱਲ ਰਿਹਾ ਜਿਹੜਾ ਰਸ ਪ੍ਰਵਾਹ ਹੈ ਉਹ ਵੀ ਮੈਨੂੰ ਨਜ਼ਰ ਆਉਣ ਲੱਗ ਪਿਆ। ਔਰ ਕਹਿੰਦੇ ਮੇਰੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਮੇਰੀ ਇਹ ਦ੍ਰਿਸ਼ਟੀ ਜਿਹੜੀ ਸੀ ਇਹ ਸਾਹਮਣੇ ਦੀ ਬਜਾਏ ਇਹ ਚਾਰ ਚੁਫੇਰੇ ਗੋਲ ਮੰਡਲਾਂ ਦੇ ਵਿੱਚ ਹੋ ਗਈ, ਅਤੇ ਜਿਹੜੀ ਚੀਜ਼ ਮੈਨੂੰ ਪਿੱਛੋਂ ਨਹੀਂ ਸੀ ਦਿਖਾਈ ਦਿੰਦੀ ਉਹ ਵੀ ਕਹਿੰਦੇ ਪਿੱਛੋਂ ਦਿਖਾਈ ਦੇਣ ਲੱਗ ਪਈ। ਸਾਰਾ ਸੰਸਾਰ ਜਿਹੜਾ ਸੀਗਾ ਨਾ ਕਹਿੰਦੇ ਮੈਨੂੰ ਚਾਰ ਚੁਫੇਰੇ ਜਿੱਧਰ ਵੀ ਮੈਂ ਆਪਣਾ ਖਿਆਲ ਕਰਦਾ ਸੀਗਾ ਹਰੇਕ ਚੀਜ਼ ਮੈਨੂੰ ਦਿਖਾਈ ਦਿੰਦੀ ਸੀ। ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਆ ਕਿ ਸਾਡੇ ਆਸ਼ਰਮ ਦੇ ਪਿਛਲੇ ਪਾਸੇ ਇੱਕ ਚਿੱਟੀ ਗਾਂ ਜਿਹੜੀ ਸੀ ਉਹ ਘੁੰਮ ਰਹੀ ਸੀ, ਉਹ ਮੈਨੂੰ ਸਾਫ਼ ਦਿਖਾਈ ਦਿੱਤੀ ਜਿਵੇਂ ਮੈਂ ਭੌਤਿਕ ਅੱਖਾਂ ਦੇ ਨਾਲ ਦੇਖ ਰਿਹਾ ਹੋਵਾਂ। ਇਹ ਗਾਂ ਜਿਹੜੀ ਸੀ ਜਦੋਂ ਸਾਡੇ ਆਸ਼ਰਮ ਦੇ ਮੁੱਖ ਗੇਟ ਕੋ ਆਈ ਫਿਰ ਕਹਿੰਦੇ ਵਾਪਸ ਜਿਹੜੀ ਸੀ ਕੰਧ ਦੇ ਓਹਲੇ ਹੋ ਗਈ, ਪਰ ਜਿਹੜੀ ਕੰਧ ਦੇ ਓਹਲੇ ਹੋਈ ਆ ਕੰਧ ਦੇ ਓਹਲੇ ਗਾਂ ਚੱਲ ਰਹੀ ਸੀ ਉਹ ਵੀ ਮੈਨੂੰ ਜਿਹੜੀ ਸੀ ਉਹ ਦਿਖਾਈ ਦੇ ਰਹੀ ਸੀ। ਅਤੇ ਜਿਵੇਂ ਇਸ ਤਰ੍ਹਾਂ ਸੀ ਕਿ ਹਰੇਕ ਚੀਜ਼ ਜਿਹੜੀ ਹੈ ਨਾ ਉਹ ਪਾਰਦਰਸ਼ੀ ਹੋ ਗਈ, ਕੰਧ ਦੇ ਅੰਦਰੋਂ ਵੀ ਉਹ ਜਿਹੜੀ ਨਜ਼ਰ ਸੀ ਪਾਰਦਰਸ਼ੀ ਹੋ ਕੇ ਸਾਰੀ ਚੀਜ਼ ਦਿਖਾਈ ਦੇ ਰਹੀ ਸੀ। ਇਸ ਤਰ੍ਹਾਂ ਕਹਿੰਦੇ ਫਿਰ ਇਹ ਜਿਹੜੀ ਪਾਰਦਰਸ਼ੀ ਦ੍ਰਿਸ਼ਟੀ ਸੀ ਹੌਲੀ ਹੌਲੀ ਕਹਿੰਦੇ ਫੈਲਦੀ ਹੋਈ ਸ਼ਹਿਰਾਂ ਤੋਂ ਅਖੀਰ ਫਿਰ ਕਹਿੰਦੇ ਇਹ ਧਰਤੀ ਦੇ ਜਿਹੜੇ ਮਹਾਂਦੀਪ ਆ ਉਹਨਾਂ ਤੱਕ ਜਾਂਦੀ ਹੋਈ ਆ। ਅਖੀਰ ਫਿਰ ਕਹਿੰਦੇ ਇਹ ਚਾਰ ਚੁਫੇਰੇ ਜਦ ਉੱਪਰ ਉੱਠਣ ਲੱਗੀ ਅਤੇ ਫਿਰ ਚੰਦ ਸੂਰਜ ਤਾਰਾ ਮੰਡਲਾਂ ਤੋਂ ਹੁੰਦੀ ਹੋਈ ਕਹਿੰਦੇ ਫਿਰ ਇਹ ਅਨੰਤ ਵੱਲ ਨੂੰ ਸ਼ੁਰੂ ਹੋ ਗਈ। ਜਦ ਕਹਿੰਦੇ ਅਨੰਤ ਵੱਲੋਂ ਸ਼ੁਰੂ ਹੋਈ ਕਹਿੰਦੇ ਮੈਂ ਕੀ ਦੇਖਿਆ ਕਿ ਇਹ ਜਿਹੜਾ ਸਾਰਾ ਜਿਹੜਾ ਸ੍ਰਿਸ਼ਟੀ ਜਿਹੜੀ ਦ੍ਰਿਸ਼ਟੀ ਜਿਹੜੀ ਉਹ ਰਾਤ ਨੂੰ ਕਹਿੰਦੇ ਆਪਾਂ ਸੌਂਦੇ ਹੋਏ ਦੇਖਦੇ ਹਾਂ, ਕਹਿੰਦੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਆ ਮੈਨੂੰ ਅੰਦਰ ਇੱਕ ਪਾਰਦਰਸ਼ੀ ਰੂਪ ਦੇ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇਣ ਲੱਗੀ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਬਿਲਕੁਲ ਹਕੀਕਤ ਦੇ ਤੌਰ 'ਤੇ ਅੰਦਰ ਹੀ ਕਹਿੰਦੇ ਮੇਰੇ ਚੰਦ ਸੂਰਜ ਅਤੇ ਕਰੋੜਾਂ ਤਰ੍ਹਾਂ ਦੀਆਂ ਜਿਹੜੀਆਂ ਆਕਾਸ਼ ਗੰਗਾ ਹੈਗੀਆਂ ਕਹਿੰਦੇ ਵੀ ਉਹ ਮੈਨੂੰ ਦਿਖਾਈ ਦੇਣ ਲੱਗੀਆਂ। ਅਤੇ ਇਹਨਾਂ ਆਕਾਸ਼ ਗੰਗਾ ਦੇ ਵਿੱਚ ਕਹਿੰਦੇ ਜਿਹੜਾ ਪ੍ਰਕਾਸ਼ ਸੀਗਾ ਉਹ ਬਿਲਕੁਲ ਠਾਠਾ ਮਾਰਿਆ ਸੀ। ਇਸ ਪ੍ਰਕਾਸ਼ ਦੇ ਅੰਦਰ ਕਹਿੰਦੇ ਮੈਂ ਕੀ ਦੇਖਿਆ ਕਿ ਇਹ ਜਿਹੜਾ ਪ੍ਰਕਾਸ਼ ਸੀਗਾ ਜਦੋਂ ਪਰਿਵਰਤਨ ਹੁੰਦਾ ਸੀਗਾ ਅਤੇ ਕਈ ਜਿਹੜੀਆਂ ਸੀਗੀਆਂ ਉਹ ਆਕਾਸ਼ ਗੰਗਾ ਉਹ ਚਮਕਣ ਲੱਗ ਪੈਂਦੀਆਂ ਸੀਗੀਆਂ, ਪਰ ਹੌਲੀ ਹੌਲੀ ਕਹਿੰਦੇ ਪ੍ਰਕਾਸ਼ ਜਿਹੜਾ ਸੀਗਾ ਇੰਨਾ ਤੀਬਰ ਹੋਇਆ ਕਿ ਜਿਵੇਂ ਸੰਸਾਰ ਇੱਕ ਨਹੀਂ ਕਰੋੜਾਂ ਬ੍ਰਹਿਮੰਡ ਇਸ ਪ੍ਰਕਾਸ਼ ਦੇ ਵਿੱਚ ਸਮਾ ਗਏ ਹੋਣ ਅਤੇ ਇਹ ਪ੍ਰਕਾਸ਼ ਜਿਹੜਾ ਹੈ ਨਾ ਇੱਕ ਬਹੁਤ ਵੱਡੇ ਪੁੰਜ ਦੀ ਸ਼ਕਲ ਦੇ ਵਿੱਚ ਕਹਿੰਦੇ ਬਣ ਗਿਆ ਹੋਵੇ। ਸੋ ਜਦੋਂ ਕਹਿੰਦੇ ਪ੍ਰਕਾਸ਼ ਬਹੁਤ ਵੱਡਾ ਇੱਕ ਪੁੰਜ ਗੋਲਾਕਾਰ ਮੰਡਲ ਦੇ ਹਿਸਾਬ ਦੇ ਨਾਲ ਬਣ ਗਿਆ ਸੀਗਾ। ਹਰੇਕ ਚੀਜ਼ ਇਸ ਤਰ੍ਹਾਂ ਮੈਨੂੰ ਲੱਗੀ ਆ ਕਿ ਜਿਵੇਂ
ਦੁੱਧ ਦੇ ਵਿੱਚ ਜਾਂ ਪਾਣੀ ਦੇ ਵਿੱਚ ਜਦੋਂ ਅਸੀਂ ਖੰਡ ਘੋਲ ਦਈਏ ਤਾਂ ਉਹ ਸਾਨੂੰ ਨਜ਼ਰ ਨਹੀਂ ਆਉਂਦੀ। ਇਸੇ ਤਰ੍ਹਾਂ ਪੂਰੀ ਸ੍ਰਿਸ਼ਟੀ ਜਿਹੜੀ ਪਹਿਲਾਂ ਨਜ਼ਰ ਆਉਂਦੀ ਸੀ, ਕਰੋੜਾਂ ਆਕਾਸ਼ ਗੰਗਾ ਸੂਰਜ ਵਗੈਰਾ, ਉਹ ਸਾਰੇ ਉਸ ਪ੍ਰਕਾਸ਼ ਦੇ ਵਿੱਚ ਲੀਨ ਹੋ ਗਏ ਸੀਗੇ। ਫਿਰ ਉਸ ਤੋਂ ਬਾਅਦ ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਹੈ ਕਿ ਮੈਂ ਇਹ ਚੀਜ਼ ਜਦ ਦੇਖਦਾ ਅਖੀਰ ਮੈਂ ਕੀ ਦੇਖਿਆ ਕਿ ਹਰੇਕ ਚੀਜ਼, ਜਿੰਨੇ ਵੀ ਬ੍ਰਹਿਮੰਡ ਉਹਨਾਂ ਸਾਰਿਆਂ ਦਾ ਕੋਈ ਨਾ ਕੋਈ ਰੂਪ ਰੇਖ, ਕੋਈ ਨਾ ਕੋਈ ਹੱਦਬੰਦੀ ਮੈਨੂੰ ਨਜ਼ਰ ਆਈ। ਪਰ ਉਸ ਤੋਂ ਬਾਅਦ ਇੱਕ ਬਹੁਤ ਹੀ ਸੂਖਮ ਤੇਜ਼ ਚਮਕਦਾ ਹੋਇਆ ਪ੍ਰਕਾਸ਼ ਕਹਿੰਦੇ ਮੈਨੂੰ ਦਿਖਾਈ ਦਿੱਤਾ, ਅਤੇ ਉਹ ਇੰਨਾ ਸੂਖਮ ਸੀਗਾ ਕਿ ਜਿਹਦੀ ਮੈਂ ਕਲਪਨਾ ਨਹੀਂ ਕਰ ਸਕਦਾ। ਅਤੇ ਇਸੇ ਦੇ ਵਿੱਚ ਹੀ ਫਿਰ ਪਰਮਹੰਸ ਜੋਗਾਨੰਦ ਜੀ ਨੇ ਕਿਹਾ ਕਿ ਮੈਂ ਕੀ ਮਹਿਸੂਸ ਕੀਤਾ ਕਿ ਇਸੇ ਹੀ ਸੂਖਮ ਪ੍ਰਕਾਸ਼ ਦੇ ਅੰਦਰ ਮੈਨੂੰ ਇਸ ਤਰ੍ਹਾਂ ਅਨੁਭਵ ਹੋਇਆ ਕਿ ਜਿਵੇਂ ਕਰੋੜਾਂ ਆਨੰਦ ਦੀਆਂ ਜਿਹੜੀਆਂ ਛੱਲਾਂ ਹੈਗੀਆਂ ਮੇਰੇ ਆਨੰਦਮਈ ਸਮੁੰਦਰ ਦੇ ਵਿੱਚੋਂ ਕਹਿੰਦੇ ਉਹ ਚੱਲ ਰਹੀਆਂ ਹੈ, ਅਤੇ ਇਹ ਚੀਜ਼ਾਂ ਜਿਹੜੀਆਂ ਮੇਰੀ ਆਨੰਦ ਦੀ ਸਮਰੱਥਾ ਤੋਂ ਬਾਹਰ ਹੋ ਗਈਆਂ ਹੈ। ਜਿਉਂ ਕਹਿ ਲਓ ਕਿ ਮੈਂ ਇਸ ਆਨੰਦ ਨੂੰ ਮਾਣਦਾ ਇਸ ਆਨੰਦ ਦਾ ਹੀ ਰੂਪ ਹੋ ਗਿਆ, ਅਤੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਇਹ ਸਾਰਾ ਕੁਛ ਜਿਹੜਾ ਹੈਗਾ ਉਹ ਸਤਿਚਿਤ ਆਨੰਦ ਤੋਂ ਬਣਿਆ ਹੋਵੇ, ਅਤੇ ਸਤਿਚਿਤ ਆਨੰਦ ਅਸਲ ਦੇ ਵਿੱਚ ਪਰਮੇਸ਼ਰ ਪਾਰ ਬ੍ਰਹਮ ਪਰਮਾਤਮਾ ਦਾ ਆਪਣਾ ਹੀ ਰੂਪ ਹੈ। ਇਸ ਤਰ੍ਹਾਂ ਕਹਿੰਦੇ ਵੀ ਜਦੋਂ ਮੈਂ ਅਨੁਭਵ ਕੀਤਾ, ਅਨੁਭਵ ਕਰਦਿਆਂ ਕਹਿੰਦੇ ਅਖੀਰ ਫਿਰ ਦੇ ਵਿੱਚ ਕਹਿੰਦੇ ਮੈਨੂੰ ਇਸ ਚੀਜ਼ ਦਾ ਗਿਆਨ ਹੋਇਆ ਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਮੇਰੇ ਨਾਭੀ ਦੇ ਵਿੱਚੋਂ ਨਿਕਲ ਰਹੀ ਇੱਕ ਪ੍ਰਕਾਸ਼ ਦੀ ਕਿਰਨ ਨੇ ਹੀ ਮੈਨੂੰ ਐਡਾ ਵਿਸ਼ਾਲ ਬਣਾਤਾ ਹੈਗਾ ਕਿ ਪੂਰਾ ਬ੍ਰਹਿਮੰਡ ਜਿਹੜਾ ਹੈ ਉਹ ਮੇਰੇ ਅੰਦਰ ਇੱਕ ਪ੍ਰਤੀਬੰਬ ਦੇ ਰੂਪ ਦੇ ਵਿੱਚ ਮੈਨੂੰ ਪੂਰੀ ਤਰ੍ਹਾਂ ਦਿਖਾ ਦਿੱਤਾ ਹੈਗਾ। ਸੋ ਕਹਿੰਦੇ ਵੀ ਦੇਖੋ ਇੱਕੋ ਹੀ ਪ੍ਰਕਾਸ਼ ਦੀ ਕਿਰਨ ਮੇਰੇ ਇਸ ਨਾਭੀ ਚੋਂ ਨਿਕਲੀ ਹੈ ਅਤੇ ਵਿਸ਼ਾਲ ਹੋ ਕੇ ਕਰੋੜਾਂ ਆਕਾਸ਼ ਗੰਗਾ ਨੂੰ ਦਿਖਾਲਦੀ ਹੋਈ ਅਖੀਰ ਕਹਿੰਦੇ ਵੀ ਉਹ ਜਿਹੜਾ ਅਨੰਤ ਪਰਿਪੂਰਨ ਪਰਮਾਤਮਾ ਹੈਗਾ ਉਸ ਦੇ ਪ੍ਰਕਾਸ਼ ਦੇ ਦਰਸ਼ਨਾਂ ਦੀ ਝਲਕ ਦਿਖਾਉਂਦੀ ਹੋਈ ਅਖੀਰ ਕਹਿੰਦੇ ਫਿਰ ਹੌਲੀ ਹੌਲੀ ਜਿਹੜੀ ਸੀਗੀ ਇਹ ਮੱਧਮ ਹੁੰਦੀ ਗਈ। ਜਦੋਂ ਮੱਧਮ ਹੁੰਦੀ ਗਈ ਕਹਿੰਦੇ ਮੈਂ ਕੀ ਦੇਖਿਆ ਕਿ ਜਿਹੜਾ ਅਨੰਤ ਬਹੁਤ ਤੇਜ਼ ਪ੍ਰਕਾਸ਼ ਉਸ ਪਰਿਪੂਰਨ ਪਰਮਾਤਮਾ ਦਾ ਹੈਗਾ ਜਿਸ ਨੂੰ ਅਸੀਂ ਕਲਪਨਾ 'ਚ ਬਿਆਨ ਨਹੀਂ ਕਰ ਸਕਦੇ। ਕਹਿੰਦੇ ਵੀ ਮੈਂ ਕੀ ਦੇਖਿਆ ਕਿ ਉਹ ਪ੍ਰਕਾਸ਼ ਜਿਹੜਾ ਸੀਗਾ ਉਹ ਨਾ ਵੱਧ ਰਿਹਾ ਸੀ ਨਾ ਘਟ ਰਿਹਾ ਸੀਗਾ, ਇੱਕ ਆਪਣੇ ਖੇੜੇ ਦੇ ਵਿੱਚ ਟਿਕਿਆ ਹੋਇਆ ਕਹਿੰਦੇ ਹੌਲੀ ਹੌਲੀ ਜਿਹੜਾ ਸੀਗਾ ਉਹ ਮੱਧਮ ਹੋ ਰਿਹਾ ਸੀਗਾ। ਕਹਿੰਦੇ ਜਦੋਂ ਮੱਧਮ ਹੋ ਰਿਹਾ ਸੀਗਾ ਇਸ ਤਰ੍ਹਾਂ ਕਹਿੰਦੇ ਕਰਦੇ ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਆ ਕਿ ਅਚਨਚੇਤ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਇੱਕ ਸਵਾਸਾਂ ਦਾ ਜਿਹੜਾ ਗੋਲਾ ਹੈਗਾ ਕਹਿੰਦੇ ਵੀ ਉਹ ਯਕਦਮ ਮੇਰੇ ਫੇਫੜਿਆਂ ਦੇ ਵਿੱਚ ਫਿਰ ਵਾਪਸ ਆ ਗਿਆ ਹੈਗਾ, ਅਤੇ ਇਹ ਜੋ ਅਦਭੁਤ ਨਜ਼ਾਰਾ ਸੀਗਾ ਕਹਿੰਦੇ ਵੀ ਉਹ ਜਿਹੜਾ ਸੀਗਾ ਉਹ ਉਸੇ ਟਾਈਮ ਗਾਇਬ ਹੋ ਗਿਆ, ਅਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਮੈਂ ਮੁੜ ਕੇ ਫਿਰ ਆਪਣੇ ਮਲ ਮੂਤਰ ਸਰੀਰ ਦੇ ਵਿੱਚ ਕੈਦ ਹੋ ਗਿਆ ਹੋਵਾਂ। ਸੋ ਕਹਿੰਦੇ ਵੀ ਜਦੋਂ ਮੇਰੇ ਨਾਲ ਇਸ ਤਰ੍ਹਾਂ ਹੋਇਆ ਸੀ ਅਤੇ ਜਦੋਂ ਮੈਨੂੰ ਕਹਿੰਦੇ ਫਿਰ ਸੁਰਤ ਆਈ ਮੈਂ ਕੀ ਦੇਖਿਆ ਕਿ ਮੇਰੇ ਗੁਰਦੇਵ ਜੁਗਤੇਸ਼ਵਰ ਮੇਰੇ ਸਾਹਮਣੇ ਖੜੇ ਆ, ਅਤੇ ਕਹਿੰਦੇ ਵੀ ਮੈਂ ਇਹ ਜਿਹੜਾ ਅਨਭੁਤ ਨਜ਼ਾਰਾ ਸਮਾਧੀ ਦਾ ਪਹਿਲੀ ਵਾਰ ਆਪਣੇ ਗੁਰਦੇਵ ਦੀ ਕਿਰਪਾ ਦੇ ਨਾਲ ਤੱਕਿਆ ਸੀਗਾ, ਜਿਨ੍ਹਾਂ ਨੇ ਕਹਿੰਦੇ ਮੇਰੀ ਦਿਲ ਦੇ ਉੱਪਰ ਕਹਿੰਦੇ ਹਲਕੀ ਜਿਹੀ ਥਪਥਪਾਤ ਕਰਨ ਦੇ ਨਾਲ ਇਹ ਸਾਰੇ ਜਿਹੜੇ ਮੇਰੇ ਅਨੁਭਵ ਸੀਗੇ ਸੁਪਨਿਆਂ ਦੇ ਸਾਰੇ ਖੋਲ੍ਹ ਦਿੱਤੇ ਸੀਗੇ। ਉਸ ਤੋਂ ਬਾਅਦ ਕਹਿੰਦੇ ਫਿਰ ਮੇਰੇ ਅੰਦਰ ਬੜਾ ਪਿਆਰ ਦੀ ਇੱਕ ਲਹਿਰ ਉੱਠੀ, ਅਤੇ ਮੈਂ ਯਕਦਮ ਝੁੱਕ ਕੇ ਆਪਣੇ ਗੁਰਦੇਵ ਦੀ ਚਰਨਾਂ 'ਤੇ ਡਿੱਗਣ ਲੱਗਾ, ਅਤੇ ਫਿਰ ਕਹਿੰਦੇ ਮੇਰੇ ਗੁਰਦੇਵ ਜਗਤੇਸ਼ਵਰ ਜੀ ਨੇ ਬੜੇ ਪਿਆਰ ਦੇ ਨਾਲ ਮੈਨੂੰ ਕਹਿੰਦੇ ਫੜ ਕੇ ਮੈਨੂੰ ਕਹਿਣ ਲੱਗੇ ਕਹਿੰਦੇ ਬੇਟਾ ਅਸਲ ਦੇ ਵਿੱਚ ਕੀ ਹੈ ਕਿ ਤੂੰ ਹਜੇ ਇਹ ਜੋ ਅਨੁਭਵ ਤੈਨੂੰ ਅੱਜ ਹੋਇਆ ਹੈਗਾ ਇਸ ਦੇ ਵਿੱਚ ਬਹੁਤਾ ਮਦਹੋਸ਼ ਨਹੀਂ ਹੋਣਾ, ਕਿਉਂਕਿ ਅਜੇ ਸੰਸਾਰ ਦੇ ਵਿੱਚ ਤੈਨੂੰ ਬਹੁਤ ਸਾਰੇ ਕੰਮ ਕਰਨੇ ਬਾਕੀ ਆ। ਉਸ ਤੋਂ ਬਾਅਦ ਕਹਿੰਦੇ ਫਿਰ ਜਦੋਂ ਮੇਰੇ ਗੁਰਦੇਵ ਨੇ ਮੁਸਕਰਾ ਕੇ ਮੈਨੂੰ ਇਹ ਗੱਲ ਆਖੀ, ਅਤੇ ਕਹਿੰਦੇ ਮੈਂ ਕਾਫੀ ਹੈਰਾਨ ਵੀ ਹੋਇਆ, ਪਰ ਮੈਨੂੰ ਇਹ ਜਿਹੜੀ ਸਮਾਧੀ ਦੀ ਝਲਕ ਸੀਗੀ ਇਹ ਬਾਰ ਇਸ ਤਰ੍ਹਾਂ ਮੈਨੂੰ ਮਹਿਸੂਸ ਹੋ ਰਹੀ ਸੀ ਕਿ ਜਿਵੇਂ ਇਹ ਜਿਹੜੀ ਝਲਕ ਹੈ ਬਿਲਕੁਲ ਸੱਚੀ ਹੈ, ਅਤੇ ਬਾਕੀ ਇਹ ਜਿਹੜਾ ਸੰਸਾਰ ਹੈ ਝੂਠਾ ਹੈਗਾ। ਫਿਰ ਕਹਿੰਦੇ ਮੇਰੇ ਗੁਰਦੇਵ ਨੇ ਮੈਨੂੰ ਝਾੜੂ ਫੜਾਉਂਦਿਆਂ ਕਿਹਾ ਵੀ ਚੱਲ ਆਪਾਂ ਝਾੜੂ ਲੈ ਕੇ ਥੋੜ੍ਹੀ ਸਫਾਈ ਕਰਦੇ ਹਾਂ, ਉਸ ਤੋਂ ਬਾਅਦ ਫਿਰ ਗੰਗਾ ਕਿਨਾਰੇ ਜਾ ਕੇ ਥੋੜ੍ਹੀ ਸੈਰ ਕਰਕੇ ਆਉਂਦੇ ਹਾਂ। ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਕਿ ਮੈਂ ਥੋੜ੍ਹੀ ਬਰਾਂਡੇ ਦੀ ਸਫਾਈ ਕੀਤੀ, ਫਿਰ ਆਪਣੇ ਗੁਰਦੇਵ ਜੀ ਦੇ ਨਾਲ ਫਿਰ ਕਹਿੰਦੇ ਮੈਂ ਗੰਗਾ ਘਾਟ 'ਤੇ ਪਹੁੰਚਿਆ। ਫਿਰ ਕਹਿੰਦੇ ਜਦੋਂ ਮੈਂ ਗੰਗਾ ਘਾਟ 'ਤੇ ਪਹੁੰਚਿਆ ਸੀਗਾ ਅਤੇ ਗੰਗਾ ਘਾਟ 'ਤੇ ਪਹੁੰਚਣ ਤੋਂ ਬਾਅਦ ਫਿਰ ਕਹਿੰਦੇ ਮੇਰੇ ਗੁਰਦੇਵ ਜੀ ਨੇ ਜਿਹੜੀ ਸੀ ਮੈਨੂੰ ਰਸਤੇ ਦੇ ਵਿੱਚ ਗਿਆਨ ਦੀਆਂ ਬਹੁਤ ਸਾਰੀਆਂ ਗੱਲਾਂ ਦੱਸੀਆਂ, ਅਤੇ ਨਾਲੇ ਕਹਿੰਦੇ ਮੈਨੂੰ ਇਹ ਵੀ ਦੱਸਿਆ ਹੈਗਾ ਕਿ ਜਦ ਤੱਕ ਕੋਈ ਵੀ ਆਦਮੀ ਆਪਣੇ ਚੰਚਲ ਮਨ ਅਤੇ ਆਪਣੇ ਸਵਾਸਾਂ ਨੂੰ ਕਾਬੂ ਨਾ ਕਰੇ, ਇਹਨਾਂ ਨੂੰ ਸ਼ਾਂਤ ਨਾ ਕਰੇ, ਤਦ ਤੱਕ ਕਹਿੰਦੇ ਵੀ ਉਹਨਾਂ ਨੂੰ ਇਸ ਸੱਤ ਚਿੱਤ ਆਨੰਦ ਦੀ ਅਨੁਭੂਤੀ ਨਹੀਂ ਹੋ ਸਕਦੀ। ਉਸ ਤੋਂ ਬਾਅਦ ਫਿਰ ਮੇਰੇ ਗੁਰਦੇਵ ਜੀ ਨੇ ਆਖਿਆ ਸੀਗਾ ਕਿ ਤੁਸੀਂ ਸਮਾਧੀ ਦੇ ਵਿੱਚ ਜਾ ਕੇ ਆਪਣੇ ਚੱਲ ਰਹੇ ਮਨ ਦੇ ਜਿਹੜੇ ਵਲਵਲੇ ਹੈ ਇਹਨਾਂ ਨੂੰ ਕਿਵੇਂ ਸ਼ਾਂਤ ਕਰਨਾ ਹੈਗਾ, ਅਤੇ ਜਦੋਂ ਜਿਵੇਂ ਵਲਵਲੇ ਸ਼ਾਂਤ ਹੋਣਗੇ ਤਿਉਂ ਜਿਹੜੇ ਸਵਾਸ ਹੈਗੇ ਆ ਇਹ ਵੀ ਕਹਿੰਦੇ ਸ਼ਾਂਤ ਹੋਣਗੇ, ਤਾਂ ਹੌਲੀ ਹੌਲੀ ਜਿਹੜੀ ਕਹਿੰਦੇ ਅੱਜ ਤੋਂ ਅਵਸਥਾ ਤੱਕੀ ਆ ਨਾ
ਫਿਰ ਸਮਾਂ ਪਾ ਕੇ ਤੇਰੇ ਅੰਦਰ ਇਹ ਚੀਜ਼ ਜਿਹੜੀ ਉਹ ਪੂਰੀ ਤਰ੍ਹਾਂ ਸਥਿਰ ਹੋ ਜਾਊਗੀ। ਤੇ ਉਸ ਤੋਂ ਬਾਅਦ ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਆ ਕਿ ਫਿਰ ਮੈਨੂੰ ਕਹਿੰਦੇ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਹੜੇ ਮੇਰੇ ਗੁਰਦੇਵ ਹਨ ਰੱਬ ਦਾ ਰੂਪ ਧਾਰ ਕੇ ਇਸ ਸੰਸਾਰ 'ਤੇ ਆਏ ਆ, ਅਤੇ ਜਿਨ੍ਹਾਂ ਨੇ ਮੈਨੂੰ ਕਹਿੰਦੇ ਉਹ ਗਿਆਨ ਕਰਾਤਾ ਹੈ ਜਿਸ ਗਿਆਨ ਨੂੰ ਗੁਰਬਾਣੀ ਨੇ ਆਖਿਆ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000 ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਨ੍ਹਾਂ ਨੇ ਸੱਚ ਦੀ ਖੋਜ ਕਰਨੀ ਆ, ਅਤੇ ਸੱਚ ਦੀ ਖੋਜ ਵਾਸਤੇ ਪੂਰੇ ਗੁਰਾਂ ਦੀ ਲੋੜ ਹੈ। ਜਿਹੜੇ ਪੂਰੇ ਗੁਰੂ ਆ, ਜਿਹੜੇ ਆਪ ਇਹਨਾਂ ਅਨੁਭਵਾਂ ਦੇ ਵਿੱਚ ਪੂਰੀ ਤਰ੍ਹਾਂ ਉਤਰੇ ਆ, ਸੋ ਉਹਨਾਂ ਦੀ ਸਹਾਇਤਾ ਦੀ ਲੋੜ ਹੈਗੀ ਆ। ਅਤੇ ਇਸ ਕਰਕੇ ਜਿਹੜੇ ਗੁਰਮੁਖ ਹੈਗੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈਗਾ ਕਿ ਲੱਭਣ ਲੱਗਿਆ ਕੋਈ ਵੀ ਜਿਹੜਾ ਪੂਰਾ ਗੁਰੂ ਲੱਭਦਾ ਨਹੀਂ। ਇਸ ਕਰਕੇ ਸਾਨੂੰ ਅਰਦਾਸ ਬੇਨਤੀ ਦਾ ਸਹਾਰਾ ਲੈਣਾ ਚਾਹੀਦਾ। ਇਸ ਕਰਕੇ ਅਸੀਂ ਰੋਜ਼ ਬੇਨਤੀ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਕਿ ਹੇ ਵਾਹਿਗੁਰੂ ਸਾਨੂੰ ਉਹਨਾਂ ਪਿਆਰਿਆਂ ਗੁਰਸਿੱਖਾਂ ਦੇ ਦਰਸ਼ਨ ਦਿਦਾਰੇ ਕਰ ਜਿਨ੍ਹਾਂ ਨੂੰ ਤੂੰ ਆਪ ਖੁਦ ਦਰਸ਼ਨ ਦਿਦਾਰੇ ਦਿੱਤੇ ਆ। ਅਤੇ ਇਹ ਜਿਹੜੀਆਂ ਗੁੱਝੀਆਂ ਰਹੱਸਮਈ ਗਿਆਨ ਦੀਆਂ ਗੱਲਾਂ ਹੈਗੀਆਂ, ਇਹਨਾਂ ਨੂੰ ਉਹਨਾਂ ਨੇ ਪਹਿਲਾਂ ਹੀ ਦੇਖ ਲਿਆ, ਸੁਲਝਾ ਲਿਆ, ਹੱਲ ਕਰ ਲਿਆ ਹੈ, ਜਾਂ ਆਪ ਉਹ ਇਹਨਾਂ ਦੇ ਵਿੱਚ ਪਾਰ ਹੋ ਗਿਆ ਅਤੇ ਫਿਰ ਦੂਸਰੇ ਸੰਸਾਰ ਨੂੰ ਪਾਰ ਉਤਾਰਨ ਵਾਸਤੇ ਉਹ ਗੁਰਸਿੱਖਾਂ ਦੇ ਵਾਸਤੇ ਫਿਰ ਬੇੜੀ ਦਾ ਕੰਮ ਕਰ ਰਹੇ ਆ। ਸੋ ਇਹੋ ਜਿਹੇ ਜਿਹੜੇ ਗੁਰਸਿੱਖ ਹੈਗੇ ਸੰਸਾਰ ਦੇ ਵਿੱਚ ਹੈਣ ਤਾਂ ਬਿਰਲੇ, ਪਰ ਫਿਰ ਵੀ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਜਿਹੜਾ ਗੁਰਸਿੱਖਾਂ ਦੇ ਅੰਦਰ ਉਤਸ਼ਾਹ ਹੈਗਾ, ਉਹਨਾਂ ਨੂੰ ਇਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਵਿਚੋਲਗੀ ਹੈਗੀ ਆ ਉਹ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਹੋ ਹੀ ਜਾਂਦੀ ਆ। ਸੋ ਦਾਸ ਇੰਨੇ ਹੀ ਵਚਨ ਆਪ ਜੀ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।